Hello students, welcome to the chemistry class. Today our topic is for class +1 and from organic chemistry, that is basic principles and techniques. And we will discuss the subtopic isomerism of organic compounds. Myself, Shrestha, lecturer in chemistry, Government Girls Senior Secondary School, Mandi Harji Ram Malot, District Shri Muksar Sahib. Now, first of all, starting with our topic, that what are isomers? Students, isos ਹੁੰਦਾ बेटा equal, same या identical मतलब ਇੱਕੋ ਜਿਹੇ, ਮੀਰੋਜ਼ मतलब part या unit। ਤਾਂ ਕੀ ਮਤਲਬ ਹੋਇਆ ਕਿ ਉਹ ਵਾਲੇ ਆਰਗੈਨਿਕ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੋਊਗਾ ਪਰ ਉਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਡਿਫਰੈਂਟ ਹੋਣਗੀਆਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਆਈਸੋਮਰਸ। ਔਰ ਇਸ ਫਿਨੋਮੀਨਾ ਨੂੰ ਜਿਹਦੇ ਵਿੱਚ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਾਊਂਡਸ ਦੀ ਐਗਜ਼ਿਸਟੈਂਸ ਹੋਵੇ ਤੇ ਉਹਨਾਂ ਦੋ ਜਾਂ ਦੋ ਤੋਂ ਵੱਧ ਕੰਪਾਊਂਡਸ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੋਊਗਾ ਪਰ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈ ਉਹ ਡਿਫਰੈਂਟ ਹੋਣ, ਤਾਂ ਉਸ ਫਿਨੋਮੀਨਾ ਨੂੰ ਜਿਹੜਾ ਨਾਮ ਦਿੱਤਾ ਜਾਂਦਾ ਹੈ ਦੈਟ ਇਜ਼ ਨੋਨ ਐਜ਼ ਆਈਸੋਮੈਰਿਜ਼ਮ। ਤਾਂ ਕਲੀਅਰ, ਉਹ ਵਾਲੇ ਆਰਗੈਨਿਕ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੋਊਗਾ ਪਰ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਡਿਫਰੈਂਟ ਹੋਣਗੀਆਂ, ਉਹਨਾਂ ਨੂੰ ਬੋਲਾਂਗੇ ਆਈਸੋਮਰਸ ਔਰ ਇਸ ਫਿਨੋਮੀਨਾ ਨੂੰ ਆਪਾਂ ਬੋਲਾਂਗੇ ਆਈਸੋਮੈਰਿਜ਼ਮ। ਨਾਓ ਹੈਵ ਅ ਲੁੱਕ। ਦੇਖੋ ਜਿਵੇਂ ਉੱਪਰ ਦਿੱਤਾ ਹੈ ਬਿਊਟੇਨ, ਫਾਰਮੂਲਾ ਇਜ਼ C4H10, ਉਵੇਂ 2-methyl propane, the formula is C4H10। ਤਾਂ ਹੁਣ ਇਹਨਾਂ ਦੋਨਾਂ ਕੰਪਾਊਂਡਸ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੈ ਪਰ ਇਹਨਾਂ ਦੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਡਿਫਰੈਂਟ ਹੋਣਗੀਆਂ, ਤਾਂ ਕਰਕੇ ਇਹਨਾਂ ਦੋਨਾਂ ਨੂੰ ਆਪਾਂ ਬੋਲਦੇ ਹਾਂ ਆਈਸੋਮਰਸ। ਉਵੇਂ ਦੇਖੋ 1 ਬਿਊਟੀਨ 2 ਬਿਊਟੀਨ, ਫਾਰਮੂਲਾ ਸੇਮ ਹੈ ਬਸ ਫਰਕ ਕਿੱਥੇ ਹੈ, 1 ਬਿਊਟੀਨ 'ਚ ਜਿਹੜਾ ਡਬਲ ਬੌਂਡ ਹੈ ਉਹ ਫਸਟ ਤੇ ਸੈਕਿੰਡ ਕਾਰਬਨ ਦੇ ਵਿੱਚ ਹੈ ਔਰ 2 ਬਿਊਟੀਨ ਦੇ ਵਿੱਚ ਜਿਹੜਾ ਡਬਲ ਬੌਂਡ ਹੈ ਉਹ ਨੰਬਰ 2 ਤੇ ਨੰਬਰ 3 ਕਾਰਬਨ ਦੇ ਵਿੱਚ ਹੈ। ਸਿਮਿਲਰਲੀ ਨੀਚੇ ਦੇਖੋ 2-methyl propene, ਸਾਈਕਲੋਬਿਊਟੇਨ ਤੇ ਮਿਥਾਈਲ ਸਾਈਕਲੋਪ੍ਰੋਪੇਨ। ਤਾਂ ਤੁਸੀਂ ਤਿੰਨਾਂ ਐਗਜ਼ਾਮਪਲਸ 'ਚ ਦੇਖੋ ਕਿ ਨੰਬਰ ਆਫ ਕਾਰਬਨ ਸੇਮ ਹੈ ਬੇਟਾ, ਕਿੰਨੇ ਲੱਗੇ ਹੋਏ ਹੈ 4, ਠੀਕ ਹੈ। ਔਰ ਜਿਹੜਾ ਹਾਈਡਰੋਜਨ ਹੈ ਉਹ ਇਹਨਾਂ ਤਿੰਨਾਂ ਦੇ ਵਿੱਚ 8-8 ਲੱਗੇ ਹੋਏ ਹੈ, ਪਰ ਧਿਆਨ ਨਾਲ ਦੇਖਣ 'ਤੇ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਫਾਰਮੂਲਾ ਚਾਹੇ ਸੇਮ ਹੈ ਪਰ ਇਹਨਾਂ ਦਾ ਜਿਹੜਾ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਜ਼ ਹੈ ਉਹ ਡਿਫਰੈਂਟ ਹੋਣਗੀਆਂ। ਉਸ ਤੋਂ ਬਾਅਦ ਆਈਸੋਮੈਰਿਜ਼ਮ ਹੋ ਗਿਆ ਕਿ ਉਹ ਹੁੰਦਾ ਕੀ ਹੈ, ਉਹਨੂੰ ਆਪਾਂ ਕਿਵੇਂ ਕੈਟਾਗਰਾਈਜ਼ ਕਰਦੇ ਹਾਂ। ਤਾਂ ਆਈਸੋਮੈਰਿਜ਼ਮ ਇਜ਼ ਕੈਟਾਗਰਾਈਜ਼ਡ into 2 parts, the one is structural isomerism ਤਾਂ ਦੂਸਰਾ ਹੁੰਦਾ ਹੈ ਸਟੀਰੀਓ ਆਈਸੋਮੈਰਿਜ਼ਮ। ਹੁਣ ਸਭ ਤੋਂ ਪਹਿਲਾਂ ਇਹ ਹੁੰਦੇ ਕੀ ਹੈ। ਸਟਰਕਚਰਲ ਆਈਸੋਮੈਰਿਜ਼ਮ ਹੁੰਦਾ ਹੈ ਜਦੋਂ ਕੰਪਾਊਂਡਸ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੋਊਗਾ ਪਰ ਉਹਨਾਂ ਦੀਆਂ ਸਟਰਕਚਰਸ ਡਿਫਰੈਂਟ ਹੋਣਗੀਆਂ, ਦੈਟ ਇਜ਼ ਉਹਨਾਂ ਦਾ ਜਿਹੜਾ ਉਹਨਾਂ ਦੇ ਵਿੱਚ ਜਿਹੜੇ ਐਟਮਸ ਹੈ ਜਾਂ ਗਰੁੱਪ ਆਫ ਐਟਮਸ ਲੱਗੇ ਹੈ ਮੋਲੀਕਿਊਲਸ ਦੇ ਅੰਦਰ, ਉਹਨਾਂ ਦਾ ਜਿਹੜਾ ਅਰੇਂਜਮੈਂਟ ਹੈ ਉਹ ਡਿਫਰੈਂਟ ਹੋਵੇ, ਉਹਨਾਂ ਨੂੰ ਬੋਲਦੇ ਹਾਂ ਸਟਰਕਚਰਲ ਆਈਸੋਮਰਸ ਅਤੇ ਉਸ ਫਿਨੋਮੀਨਾ ਨੂੰ ਬੋਲਦੇ ਹਾਂ ਸਟਰਕਚਰਲ ਆਈਸੋਮੈਰਿਜ਼ਮ। ਤਾਂ ਸਿੰਪਲੀਫਾਈ ਇਹਨੂੰ ਮੈਂ ਜੇ ਕਰਕੇ ਬੋਲਾਂ ਤਾਂ ਮੈਂ ਕਹੂੰਗੀ ਕਿ ਮੋਲੀਕੂਲਰ ਫਾਰਮੂਲਾ ਸੇਮ ਹੈ ਪਰ ਸਟਰਕਚਰ ਡਿਫਰੈਂਟ ਹੈ। ਤਾਂ ਸਟੀਰੀਓ ਆਈਸੋਮਰਿਜ਼ਮ ਕੀ ਹੈ ਫਿਰ? ਸਟੀਰੀਓ ਆਈਸੋਮਰਿਜ਼ਮ ਹੁੰਦਾ ਹੈ ਉਹ ਵਾਲੇ ਆਈਸੋਮਰਸ ਈਵਨ ਜਿਨ੍ਹਾਂ ਦਾ ਸਟਰਕਚਰਲ ਫਾਰਮੂਲਾ ਵੀ ਸੇਮ ਹੋਵੇ ਪਰ ਜਿਹੜਾ ਉਹਨਾਂ ਦਾ ਐਟਮਸ ਜਾਂ ਗਰੁੱਪ ਆਫ ਐਟਮਸ ਦਾ ਰਿਲੇਟਿਵ ਅਰੇਂਜਮੈਂਟ ਹੈ
ਇਨ ਸਪੇਸ। ਰਿਲੇਟਿਵ ਦਾ ਮਤਲਬ ਹੁੰਦਾ ਹੈ ਇੱਕ ਨੂੰ ਜੇ ਆਪਾਂ ਬੇਸ ਮੰਨ ਲਈਏ ਤਾਂ ਉਹਦੇ ਕੰਪੈਰੀਜ਼ਨ 'ਚ ਬਾਕੀਆਂ ਦਾ ਜਿਹੜਾ ਅਰੇਂਜਮੈਂਟ ਹੈ ਉਹ ਕਿਵੇਂ ਵੇਰੀ ਕਰਦਾ ਹੈ, ਉਹਨੂੰ ਬੋਲਦੇ ਆ ਰਿਲੇਟਿਵ ਅਰੇਂਜਮੈਂਟ। ਤਾਂ ਜੇ ਉਹ ਡਿਫਰੈਂਟ ਹੋਊਗਾ ਤਾਂ ਦੈਟ ਇਜ਼ ਨੋਨ ਐਜ਼ ਸਟੀਰੀਓ ਆਈਸੋਮਰਸ, ਔਰ ਇਸ ਫਿਨੋਮੀਨਾ ਨੂੰ ਕੀ ਬੋਲਿਆ ਜਾਊਗਾ, ਸਟੀਰੀਓ ਆਈਸੋਮੈਰਿਜ਼ਮ। ਸਟਰਕਚਰਲ ਆਈਸੋਮੈਰਿਜ਼ਮ ਹੈ ਜਿਹੜਾ ਉਹ ਅੱਗੇ 5 ਪਾਰਟਸ 'ਚ ਆਪਾਂ ਸਟੱਡੀ ਕਰਦੇ ਹਾਂ। The one is chain isomerism, second is position isomerism, the third is functional, ਫਿਰ metamerism ਤੇ tautomerism। ਇੱਕ ਇੱਕ ਕਰਕੇ ਆਪਾਂ ਇਹਨਾਂ ਦੀ ਸਟੱਡੀ ਸ਼ੁਰੂ ਕਰਾਂਗੇ। I am again repeating: chain isomerism, position, functional, metamerism ਤੇ tautomerism। ਤੇ ਸਟੀਰੀਓ ਆਈਸੋਮਰਿਜ਼ਮ ਦੇ ਅੰਦਰ ਦੋ ਪਾਰਟਸ ਹਨ, ਜਿਓਮੈਟਰੀਕਲ ਆਈਸੋਮਰਿਜ਼ਮ ਔਰ ਆਪਟੀਕਲ ਆਈਸੋਮਰਿਜ਼ਮ। ਐਂਡ ਜਿਹੜਾ ਤੁਹਾਡਾ +1 ਦੀ ਕਲਾਸ ਹੈ ਉਹਦੇ ਵਿੱਚ ਆਪਾਂ ਸਿਰਫ ਜਿਓਮੈਟਰੀਕਲ ਆਈਸੋਮਰਿਜ਼ਮ ਹੀ ਸਟੱਡੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਰਾਜੇ ਸਟਰਕਚਰਲ ਆਈਸੋਮਰਿਜ਼ਮ ਕੀ ਹੁੰਦੀ ਹੈ? ਉਹ ਵਾਲੇ ਆਰਗੈਨਿਕ ਕੰਪਾਊਂਡਸ ਜਿਨ੍ਹਾਂ ਦਾ ਅਗੇਨ ਮੋਲੀਕੂਲਰ ਫਾਰਮੂਲਾ ਸੇਮ ਹੋਵੇ ਪਰ ਜਿਹੜੀ ਉਹਨਾਂ ਦਾ ਅਰੇਂਜਮੈਂਟ ਹੈ ਕਾਰਬਨ ਚੇਨਸ ਦਾ ਉਹ ਡਿਫਰੈਂਟ ਹੋ ਜੇ ਤਾਂ ਉਹਨੂੰ ਆਪਾਂ ਬੋਲਾਂਗੇ ਸਕੈਲਟਲ ਜਾਂ ਚੇਨ ਆਈਸੋਮਰਿਜ਼ਮ, ਜਿਹੜਾ ਕਿ ਅੱਗੇ ਕਿਹਦੀ ਟਾਈਪ 'ਚ ਆਪਾਂ ਕਰਾਂਗੇ, ਸਟਰਕਚਰਲ ਆਈਸੋਮਰਿਜ਼ਮ ਦੀ। ਜਿਵੇਂ ਹੁਣੇ ਇੱਥੇ ਆਪਾਂ ਫਿਰ ਤੋਂ ਉਹਨੂੰ ਰਿਪੀਟ ਕਰਦੇ ਹਾਂ ਕਿ ਚੇਨ ਆਈਸੋਮਰਿਜ਼ਮ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਜਿੰਦਾ ਦੂਸਰਾ ਨਾਮ ਹੈ ਸਕੈਲਟਲ ਆਈਸੋਮਰਿਜ਼ਮ। ਤਾਂ ਉਹ ਵਾਲੇ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੋਏਗਾ ਪਰ ਉਹਨਾਂ ਦਾ ਜਿਹੜਾ ਅਰੇਂਜਮੈਂਟ ਹੈ ਕਾਰਬਨ ਚੇਨਸ ਦਾ ਉਹ ਡਿਫਰੈਂਟ ਹੋਏਗਾ ਤਾਂ ਦੈਟ ਇਜ਼ ਨੋਨ ਐਜ਼ ਸਕੈਲਟਲ ਜਾਂ ਚੇਨ ਆਈਸੋਮਰਿਜ਼ਮ। ਜਿਵੇਂ ਹੁਣੇ ਧਿਆਨ ਨਾਲ ਤੁਸੀਂ ਪਹਿਲੀ ਐਗਜ਼ਾਮਪਲ ਦੇਖੋ ਬਿਊਟੇਨ ਦੀ। ਤਾਂ ਪਹਿਲੀ ਐਗਜ਼ਾਮਪਲ ਦੇ ਵਿੱਚ ਤੁਸੀਂ ਕਲੀਅਰ ਕੱਟ ਦੇਖ ਸਕਦੇ ਹੋ ਕਿ 4 ਕਾਰਬਨਸ ਦੀ ਚੇਨ ਹੈ, CH3, CH2, CH2, CH3। ਅਗਲੀ ਐਗਜ਼ਾਮਪਲ ਹੈ ਬੇਟੇ 2 ਮਿਥਾਈਲ ਪ੍ਰੋਪੇਨ ਦੀ। ਹੁਣ ਇਹਦੇ ਵਿੱਚ ਕੀ ਕੀਤਾ ਗਿਆ ਕਿ ਬਿਊਟੇਨ ਦੇ ਵਿੱਚ ਜਿਹੜੇ ਕਾਰਬਨ ਸੀ ਉਹ ਇੱਕ ਚੇਨ ਦੇ ਵਿੱਚ 4 ਲੱਗੇ ਹੋਏ ਸੀ, ਪਰ ਜਿਹੜਾ ਨੈਕਸਟ ਕੰਪਾਊਂਡ ਬਣਾਇਆ ਹੋਇਆ ਹੈ ਉਹਦੇ ਵਿੱਚ ਚੇਨ ਦੇ ਵਿੱਚ ਕਾਰਬਨ ਲੱਗੇ ਹੈ 3 ਔਰ ਇੱਕ ਕਾਰਬਨ ਨੂੰ ਸਾਈਡ ਚੇਨ ਦੀ ਫਾਰਮ 'ਚ ਲਿਆ ਗਿਆ ਹੈ। ਤਾਂ ਜਿਹੜਾ ਇਹਨਾਂ ਦਾ ਫਾਰਮੂਲਾ ਹੈ ਉਹ ਸੇਮ ਹੈ, C4H10। ਫਰਕ ਕਿੱਥੇ ਹੈ? ਕਾਰਬਨ ਐਟਮ ਦੀ ਚੇਨ ਦਾ। ਪਹਿਲੇ ਵਿੱਚ ਚੇਨ 'ਚ 4 ਕਾਰਬਨ ਹੈ ਔਰ ਦੂਸਰੇ ਦੇ ਵਿੱਚ ਚੇਨ 'ਚ 3 ਕਾਰਬਨ ਹੈ ਔਰ ਇੱਕ ਕਾਰਬਨ ਨੂੰ ਸਾਈਡ ਚੇਨ ਦੀ ਫਾਰਮ 'ਚ ਲਿਆ ਗਿਆ। ਉਵੇਂ ਜੇ ਆਪਾਂ ਪੈਂਟੇਨ 'ਤੇ ਆਉਂਦੇ ਹਾਂ ਤਾਂ ਪੈਂਟੇਨ ਦੇ ਵਿੱਚ ਪਹਿਲੇ ਜਦੋਂ ਆਪਾਂ ਬਣਾਉਣਾ ਹੈ ਕੰਪਾਊਂਡ, ਚੇਨ ਆਈਸੋਮਰਸ ਬਣਾਉਣੇ ਹੈ ਤਾਂ ਤੁਸੀਂ ਕੀ ਕਰਨਾ ਹੈ, 5 ਕਾਰਬਨ ਇੱਕੋ ਚੇਨ 'ਚ ਲੈ ਲੈਣੇ ਆ। ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਕਾਰਬਨ ਨੇ ਟੋਟਲ 4 ਬੌਂਡ ਬਣਾਉਣੇ ਹੁੰਦੇ ਹੈ ਤਾਂ ਜਿੰਨੇ ਬੌਂਡ ਘੱਟ ਹੈ ਉਨੇ ਹਾਈਡਰੋਜਨ ਤੁਸੀਂ ਲਗਾ ਦੇਣੇ ਆ। ਦੂਸਰਾ ਆਈਸੋਮਰ ਬਣਾਉਣ ਲਈ ਤੁਸੀਂ ਕੀ ਕਰਨਾ ਹੈ, ਚੇਨ ਛੋਟੀ ਕਰ ਦੇਣੀ ਹੈ 1 ਕਾਰਬਨ ਦੀ। ਤਾਂ ਕਿੰਨੇ ਰਹਿ ਗਏ ਕਾਰਬਨ? 4। ਤਾਂ ਜਿਹੜਾ ਇੱਕ ਹੋਰ ਰਹਿ ਗਿਆ ਕਾਰਬਨ ਉਹਨੂੰ ਐਜ਼ ਮਿਥਾਈਲ ਗਰੁੱਪ ਲੈ ਜਾਣਾ। ਅਤੇ ਤੀਸਰਾ ਜਿਹੜਾ ਇਹਦਾ ਕੰਪਾਊਂਡ ਬਣੇਗਾ ਉਹਦੇ ਵਿੱਚ ਚੇਨ ਨੂੰ ਇੱਕ ਹੋਰ ਕਾਰਬਨ ਨਾਲੋਂ ਛੋਟਾ ਕਰ ਦੇਣਾ। ਕਿੰਨੇ ਰਹਿ ਗਏ? 3। ਅਤੇ ਹੁਣ 2 ਸਬਸਟੀਚੂਐਂਟ ਬਣ ਗਏ ਐਜ਼ CH3। ਸੋ ਜੇ ਮੈਂ ਕਹਾਂ ਵੀ ਬਿਊਟੇਨ ਦੇ ਕਿੰਨੇ ਚੇਨ ਆਈਸੋਮਰਸ ਹੈ, ਦਾ ਆਨਸਰ ਇਜ਼ 2। ਪੈਂਟੇਨ ਦੇ ਕਿੰਨੇ ਹੈ? ਦਾ ਆਨਸਰ ਇਜ਼ 3। ਨੈਕਸਟ ਇਜ਼ ਪੋਜੀਸ਼ਨ ਆਈਸੋਮਰ। ਪੋਜੀਸ਼ਨ ਆਈਸੋਮਰ ਕੀ ਹੈ? ਉਹ ਵਾਲੇ ਆਰਗੈਨਿਕ ਕੰਪਾਊਂਡਸ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਤਾਂ ਸੇਮ ਹੋਊਗਾ ਪਰ ਜਿਹੜਾ ਉਹਨਾਂ ਦਾ ਫੰਕਸ਼ਨਲ ਗਰੁੱਪ ਹੈ ਜਾਂ ਕਾਰਬਨ ਕਾਰਬਨ ਮਲਟੀਪਲ ਬੌਂਡ ਹੈ ਜਾਂ ਸਬਸਟੀਚੂਐਂਟ ਗਰੁੱਪ ਲੱਗੇ ਹੈ, ਉਹਨਾਂ ਦੀ ਪੋਜੀਸ਼ਨ ਚੇਂਜ ਹੋ ਜੇ ਤਾਂ ਦੈਟ ਇਜ਼ ਨੋਨ ਐਜ਼ ਪੋਜੀਸ਼ਨ ਆਈਸੋਮਰਸ or phenomena is known as position isomerism. The example is
ब्यूटेन 1 ओल या ब्यूटेन 2 ओल, दोनों ही अल्कोहल है। फर्क की है, एक विच जिहड़ा फंक्शनल ग्रुप लग्या है वो कित्थे लग्या है, पहले कार्बन दे नाल, तां ओहदा नाम आपां देता ब्यूटेन 1 ओल, और दूसरे दे विच वो किहड़े कार्बन नाल जुड़िया है, सैकिड नाल, तां उहदा नाम हो गया ब्यूटेन 2 ओल। ਤਾਂ ਫਾਰਮੂਲਾ ਦੋਨਾਂ ਦਾ ਸੇਮ ਸੀ C4H9OH। ਉਸ ਤੋਂ ਬਾਅਦ ਅੱਗੇ ਆਇਆ C3H7Br। ਤਾਂ ਹੁਣ ਤੁਸੀਂ ਕੰਸਨਟਰੇਟ ਕਿੱਥੇ ਕਰਨਾ ਹੈ, Br ਦੀ ਪੋਜੀਸ਼ਨ ਤੇ, ਬ੍ਰੋਮੀਨ ਦੀ ਪੋਜੀਸ਼ਨ ਤੇ। ਪਹਿਲੇ ਵਿੱਚ ਦੇਖੋ ਰਾਜੇ Br ਕਿੱਥੇ ਲੱਗਿਆ ਹੈ, ਪਹਿਲੇ ਕਾਰਬਨ ਦੇ ਨਾਲ, ਔਰ ਦੂਸਰੇ ਵਿੱਚ ਕਿੱਥੇ ਲੱਗਿਆ ਹੈ, ਦੂਸਰੇ ਕਾਰਬਨ ਦੇ ਨਾਲ। ਸਿਮਿਲਰਲੀ ਹੋਰ ਐਗਜ਼ਾਮਪਲਸ ਆਪਾਂ ਲੈ ਸਕਦੇ ਹਾਂ, ਜਿਵੇਂ ਡਬਲ ਬੌਂਡ ਹੋਵੇ ਜਿਹਦੇ ਵਿੱਚ ਫੋਰ ਐਗਜ਼ਾਮਪਲ ਬਿਊਟ 1 ਈਨ ਜਾਂ ਬਿਊਟ 2 ਈਨ, ਤਾਂ ਇਹ ਸੀ ਪੋਜੀਸ਼ਨ ਆਈਸੋਮਰ। ਨੈਕਸਟ ਹੈ ਫੰਕਸ਼ਨਲ ਗਰੁੱਪ ਆਈਸੋਮਰ। Those organic compounds that are having same molecular formula but different functional groups। ਬੱਚੇ ਕੀ ਕਰਦੇ ਹੈ, ਪੋਜੀਸ਼ਨ ਤੇ ਫੰਕਸ਼ਨਲ ਗਰੁੱਪ, ਫੰਕਸ਼ਨਲ ਆਈਸੋਮਰਸ ਦੇ ਵਿੱਚ ਥੋੜਾ ਕਨਫਿਊਜ਼ ਹੋ ਜਾਂਦੇ ਹੈ। ਬੇਟਾ ਫੰਕਸ਼ਨਲ ਗਰੁੱਪ ਮਤਲਬ, ਫੰਕਸ਼ਨਲ ਆਈਸੋਮਰ ਮਤਲਬ ਫੰਕਸ਼ਨਲ ਗਰੁੱਪ ਹੀ ਬਦਲ ਗਿਆ, ਤੇ ਪੋਜੀਸ਼ਨ ਮਤਲਬ ਫੰਕਸ਼ਨਲ ਗਰੁੱਪ ਦੀ ਪੋਜੀਸ਼ਨ ਬਦਲੀ। ਪੋਜੀਸ਼ਨ ਦੇ ਵਿੱਚ ਫੰਕਸ਼ਨਲ ਗਰੁੱਪ ਸੇਮ ਰਹੂਗਾ, ਫਰਕ ਕੀ ਪਊਗੀ ਸਿਰਫ ਪੋਜੀਸ਼ਨ ਤੇ, ਪਰ ਜਿਹੜਾ ਫੰਕਸ਼ਨਲ ਗਰੁੱਪ ਆਈਸੋਮਰ ਹੈ ਜਾਂ ਫੰਕਸ਼ਨਲ ਆਈਸੋਮਰ ਹੈ, ਇਹਦੇ ਵਿੱਚ ਕੀ ਹੋਇਆ, ਫੰਕਸ਼ਨਲ ਗਰੁੱਪ ਹੀ ਬਦਲ ਗਿਆ, ਸਭ ਕੁਝ ਇਹਦੇ ਵਿੱਚ ਚੇਂਜ ਹੈ। ਜਿਵੇਂ ਜਨਰਲੀ ਇੱਕ ਐਲਡੀਹਾਈਡ ਤੇ ਕੀਟੋਨਸ ਅਲਕੋਹਲ ਤੇ ਈਥਰਸ ਵਿੱਚ ਹੈ। ਦੇਖੋ ਜਿਵੇਂ ਪਹਿਲੀ ਐਗਜ਼ਾਮਪਲ ਹੈ CH3OCH3 ਐਸੀਟੋਨ ਦੀ, ਔਰ ਦੂਸਰੀ ਐਗਜ਼ਾਮਪਲ ਹੈ CH3CH2CHO। ਹੁਣ ਕਹਿਣ ਨੂੰ ਦੋਨਾਂ ਦਾ ਫਾਰਮੂਲਾ ਤਾਂ ਸੇਮ ਹੈ, ਪਰ ਜੇ ਆਪਾਂ ਦੇਖਾਂਗੇ ਇਹਨਾਂ 'ਚ ਇੱਕ ਕੀਟੋਨ ਹੈ ਔਰ ਇੱਕ ਐਲਡੀਹਾਈਡ ਹੈ, ਤਾਂ ਦੇਖੋ ਦੋ ਡਿਫਰੈਂਟ ਫੰਕਸ਼ਨਲ ਗਰੁੱਪਸ ਬਣ ਗਏ। ਇੱਕ ਐਲਡੀਹਾਈਡ ਗਰੁੱਪ ਬਣ ਗਿਆ CHO, ਔਰ ਜਿਹੜਾ ਇੱਕ ਬਣ ਗਿਆ ਕੀਟੋਨਸ ਦਾ, ਠੀਕ ਹੈ। ਉਵੇਂ ਹੀ ਨੀਚੇ ਐਗਜ਼ਾਮਪਲ ਦਿੱਤੀ ਹੈ ਇਥਾਈਲ ਅਲਕੋਹਲ ਤੇ ਡਾਈ ਮਿਥਾਈਲ ਈਥਰ ਦੀ। ਇੱਕ ਕੀ ਹੈ ਫਾਰਮੂਲਾ ਦੋਨਾਂ ਦਾ C2H6O, बट CH3CH2OH, और दूसरा ईथर है दैट इज़ CH3OCH3। तो एक अल्कोहल एक ईथर, तो इस आइसोमर्स नूं आपां की बोलते हैं, फंक्शनल आइसोमर्स। तो नैक्सट इज़ मैटामर्स। ਉਹ ਵਾਲੇ ऑर्गेनिक कंपाउंड्स जिन्हां दा मॉलिक्यूलर फॉर्मूला तो सेम है होवे, पर ਜਿਹੜਾ ਇਹਨਾਂ ਦਾ ਫੰਕਸ਼ਨਲ ਗਰੁੱਪ ਹੈ ਉਹਦੇ ਅਰਾਊਂਡ ਜਿਹੜੇ ਕਾਰਬਨ ਐਟਮਸ ਲੱਗੇ ਹੈ ਉਹਨਾਂ ਦੀ ਡਿਸਟ੍ਰੀਬਿਊਸ਼ਨ ਫਰਕ ਹੋਵੇ। ਮਤਲਬ ਜਿਹੜਾ ਫੰਕਸ਼ਨਲ ਗਰੁੱਪ ਦੀ ਦੋਨਾਂ ਸਾਈਡਾਂ 'ਤੇ ਨੰਬਰ ਆਫ ਕਾਰਬਨ ਐਟਮਸ ਜਾਂ ਅਲਕਾਈਲ ਗਰੁੱਪਸ ਜਿਹੜੇ ਲੱਗੇ ਹੈ ਉਹ ਡਿਫਰੈਂਟ ਹੋਣ, ਤਾਂ ਉਹਨੂੰ ਆਪਾਂ ਕਵਾਂਗੇ ਮੈਟਾਮਰਸ, ਅਤੇ ਫਿਨੋਮੀਨਾ ਨੂੰ ਕੀ ਬੋਲਾਂਗੇ, ਮੈਟਾਮੈਰਿਜ਼ਮ। ਜਿਵੇਂ ਤੁਸੀਂ ਦੇਖ ਸਕਦੇ ਹੋ ਡਾਈ ਇਥਾਈਲ ਕੀਟੋਨ ਜਾਂ ਜਿਹਦਾ ਦੂਸਰਾ ਨਾਮ ਹੈ ਪੈਂਟੇਨ 3-ਓਨ, ਤਾਂ ਇਹਦਾ ਸੈਂਟਰਲ ਫੰਕਸ਼ਨਲ ਗਰੁੱਪ ਦੇਖੋ ਕੀ ਹੈ, C ਡਬਲ ਬੌਂਡ O। ਇਹਦੇ ਦੋਨਾਂ ਸਾਈਡਾਂ 'ਤੇ ਪੈਂਟੇਨ 3-ਓਨ ਦੇ ਦੋਨਾਂ ਸਾਈਡਾਂ 'ਤੇ ਸੇਮ ਅਲਕਾਈਲ ਗਰੁੱਪ ਲੱਗਿਆ, ਕਿਹੜਾ, ਇਥਾਈਲ C2H5। ਪਰ ਜਿਹੜਾ ਇਹਦਾ ਮੈਟਾਮਰ ਹੈ ਉਹ ਕੀ ਹੈ, ਕੀ ਕੀਤਾ ਗਿਆ, ਇੱਕ ਪਾਸੇ ਕੱਲਾ CH3 ਛੱਡਤਾ ਗਿਆ ਔਰ ਦੂਸਰੇ ਪਾਸੇ ਇਥਾਈਲ ਦੀ ਥਾਂ ਪ੍ਰੋਪਾਈਲ ਲੈ ਲਿਆ ਗਿਆ। ਤਾਂ ਹੁਣ ਫਾਰਮੂਲਾ 'ਚ ਕੋਈ ਫਰਕ ਨਹੀਂ ਪਿਆ, ਫਾਰਮੂਲਾ ਹੁਣ ਵੀ ਕੀ ਹੈ, ਸੇਮ ਹੈ, ਪਰ ਸਿਰਫ ਕਿਹਦੇ 'ਚ ਫਰਕ ਪਿਆ ਕਿ ਜਿਹੜੇ ਅਲਕਾਈਲ ਗਰੁੱਪਸ ਹੈ ਫੰਕਸ਼ਨਲ ਗਰੁੱਪ ਦੀ ਦੋਨਾਂ ਪਾਸਿਆਂ 'ਤੇ ਸਿਰਫ ਉਹਦੇ 'ਚ ਚੇਂਜ ਆਇਆ, ਤਾਂ ਇਹਨੂੰ ਆਪਾਂ ਬੋਲਦੇ ਹਾਂ ਮੈਟਾਮੈਰਿਜ਼ਮ। ਦੂਸਰੀ ਐਗਜ਼ਾਮਪਲ ਤੁਸੀਂ ਈਥਰ ਦੀ ਲੈ ਸਕਦੇ ਹੋ, ਜਿਹਦੇ ਵਿੱਚ ਤੁਸੀਂ ਦੇਖੋ ਕਿ ਦੋਨਾਂ ਪਾਸਿਆਂ 'ਤੇ O ਦੇ ਅਲਕਾਈਲ ਗਰੁੱਪ ਲੱਗਿਆ, ਉਹਨੂੰ ਬੋਲਦੇ ਹਾਂ ਡਾਈ ਇਥਾਈਲ ਈਥਰ, ਔਰ ਦੂਸਰੇ ਕੇਸ ਵਿੱਚ ਇੱਕ ਪਾਸੇ ਮਿਥਾਈਲ ਲਾ ਦੇਣਾ ਔਰ ਦੂਸਰੇ ਪਾਸੇ
इथाइल का एक कार्बन जिहड़ा उधरों आपां घटाया इधर वधा देना है तो वह बन गया प्रोपाइल। सो एक हो गया डाई इथाइल ईथर और दूसरा हो गया मिथाइल प्रोपाइल ईथर। नेक्स्ट इज टॉटोमेरिज्म। दिस इज़ अ वेरी स्पैशल टाइप ऑफ फंक्शनल आइसोमरिज्म। एक किंदा पार्ट है, फंक्शनल आइसोमरिज्म का ही पार्ट है, जिहदे विच आइसोमर्स डिफर तो करते हैं अरेंजमेंट ऑफ एटम्स दे विच, बट दे एग्जिस्ट इन डायनमिक इक्विलिब्रियम विद ईच अदर। तुसी ध्यान नाल इन्हां च देखो कि मैं पहली एग्जाम्पल कोट की है एसीटैल्डिहाइड दी ते विनाइल अल्कोहल दी। दोनों दे विच मैं एक साइन लाया इक्विलिब्रियम का। की मतलब है, देखो राजे जिवें हुणे आपां पिछे फंक्शनल आइसोमर्स कीते तो उहदे च मैं तुहानूं ये दस्सिया सी कि कंपाउंड्स दोनों का ईवन फंक्शनल ग्रुप भी डिफरेंट है। जे एक अल्कोहल सी तो दूसरा ईथर है। जे होर सिंपलीफाई करा तो मैं तुहानूं ये कहूँगी कि लैबोरेटरी विच की हुंदा है, दो बॉटल्स पईआं सपोज, एक विच अल्कोहल पिया एक विच ईथर है, तो ये बिल्कुल अलग अलग कंपाउंड्स है। अलग अलग मतलब दो डिफरेंट कंपाउंड्स है। पर जदों टॉटोमरिज्म की गल करते हैं तो है कि जे एसीटैल्डिहाइड पिया है तो वह इक्विलिब्रियम च एग्जिस्ट कर रहा है किंदे विनाइल अल्कोहल दे। मतलब जिन्ना एसीटैल्डिहाइड विनाइल अल्कोहल च चेंज होएगा उन्ना ही वो एसीटैल्डिहाइड च चेंज हो जाएगा। तो बॉटल बेटा इक्को ही है, ਉਹਦੇ ਵਿੱਚ दो डिफरेंट सी, ਇਹਦੇ ਵਿੱਚ एक ही कंपाउंड है, बस ਉਹਦੇ हो की रहा है कि अरेंजमेंट ਜਿਹੜਾ एटम्स का है वो डिफर कर रहा है एक दूसरे ਦੇ ਨਾਲੋਂ। ਤਾਂ ਤੁਸੀਂ ਧਿਆਨ ਨਾਲ देखो दूसरी एग्जाम्पल प्रोपेनोन ਤੇ प्रोप 1 in 2 올 ਹੋਇਆ ਕੀ है। प्रोपेनोन ਦੇ ਵਿੱਚ ਜਿਹੜਾ C डबल बॉन्ड O बॉन्ड ਤੁਸੀਂ देख रहे हो ਉਹਦੇ ਨਾਲ मिथाइल ग्रुप का एक एच जाके लग गया तो कार्बन की वलंसी पूरी करन दे वास्ते जिहड़ा कार्बन कार्बन बॉन्ड सी उत्थे डबल बॉन्ड एक्वायर हो गया। इस आइसोमरिज्म का दूसरा नाम है कीटो इनोल फॉर्म या इनोल आइसोमरिज्म। जिवें तुसीं देखो प्रोपेनोन विच किहड़ा फंक्शनल ग्रुप है, दैट इज़ कीटोन, और वो किहदे च इक्विलिब्रियम किहदे नाल शो कर रहा है, ईन आ गया, प्रोप 1 इन एक ईन है तो एक ओल है। तो इस आइसोमरिज्म का दूसरा नाम की है कीटो इनोल आइसोमेरिज्म। तो नैक्सट है स्टीरियो आइसोमर। जिवें आपां हुणे पिछे समझे कि स्टीरियो आइसोमर्स की सी जिन्हां दा स्पेशियल अरेंजमेंट डिफरेंट होगा, जिहदे विच आपां जो डिस्कस करना है दैट इज़ ज्योमैट्रिकल आइसोमर्स। हुण पहला तो स्टीरियो आइसोमर्स की है, मैं एक बार होर रिपीट करदा, जिन्हां दा स्ट्रक्चरल फॉर्मूला ते सीक्वेंस ऑफ बॉन्ड्स भी ईवन सेम होगा, ते पर फर्क कित्थे रहा, फिर फर्क रहा रिलेटिव पोजीशन ऑफ एटम्स और ग्रुप ऑफ एटम्स इन स्पेस। जनरली की है जिहड़ा ज्योमैट्रिकल आइसोमरिज्म है दैट इज़ शोन बाय अल्कीन्स। क्यों? दिस इज़ ड्यू टू रिस्ट्रिक्टेड रोटेशन अबाउट कार्बन कार्बन डबल बॉन्ड। ਇਹਦਾ ਹੁਣ ਕੀ मतलब है भी अल्काइन्स च क्यों नहीं है तो अल्केन्स च क्यों नहीं है। अल्काइन्स च क्यों नहीं है, सब तो पहला अल्काइन्स हुंदे आ बेटा जिहदे विच कार्बन ते कार्बन दे विच ट्रिपल बॉन्ड हुंदा है, तो इन्हां दी जिहड़ी ज्योमैट्री है दैट इज़ लीनियर। तो तुसीं की करोगे, जे उहनूं घुमाओगे भी एक कार्बन नूं फिक्स कर लो, दूसरे नूं रोटेट करोगे घुमाओगे भी तो वापस तो उस जगह ते ही आ जाएगा। पर जिहड़े अल्कीन्स है इन्हां दे विच की हुंदा है कि रिस्ट्रिक्टेड रोटेशन होंदी है। रिस्ट्रिक्टेड का मतलब भी ना तो इन्हां विच ट्रिपल बॉन्ड है, भी इन्ने रिजिड नहीं हैगे कि इन्हां नूं घुमाया ही ना जा सके, तो ना ये इन्हां च घुमाना इन्ना कुछ सौखा है जिवें अल्केन है, अल्केन घूम के घूमी जाता है ना, बट अल्कीन्स दे विच रिस्ट्रिक्टेड रोटेशन है, मतलब रोटेशन तो होएगी बट एक लिमिट विच होएगी। तो ज्योमैट्रिकल आइसोमर सब तो पहला है कि
which have same molecular formula and same molecular structure. In other words, they have same atoms and same bonds, but the isomers are different because they are arranged differently in space, and the isomers cannot be interconverted without breaking and remaking of the covalent bonds. ਇਹਨਾਂ ਦੇ ਹੋਰ ਨਾਮ ਵੀ ਹੈ, ਜਿਵੇਂ ਜੋਮੈਟ੍ਰੀਕਲ ਆਈਸੋਮਰਸ ਦਾ ਬੜਾ ਕਾਮਨ ਨੇਮ ਹੈ ਸਿਸ ਟਰਾਂਸ ਆਈਸੋਮਰਸ। ਹੋਰ ਇਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਕੌਨਫੀਗਰੇਸ਼ਨਲ ਆਈਸੋਮਰਸ ਜਾਂ ਸਟੀਰੀਓ ਆਈਸੋਮਰਸ। ਹੁਣ ਇਹ ਹੁੰਦਾ ਕਿਵੇਂ ਹੈ? ਤਾਂ ਕਲੀਅਰ ਤੁਸੀਂ ਦੇਖ ਸਕਦੇ ਹੋ ਕਿ ਅਲਕੀਨਸ ਜਿਹੜੇ ਹੈ ਉਹਨਾਂ ਵਿੱਚ ਦੋ ਡਿਫਰੈਂਟ ਸਬਸਟੀਚੂਐਂਟਸ ਲੱਗੇ ਹੁੰਦੇ ਹੈ ਐਟ ਈਚ ਐਂਡ ਆਫ ਦਾ ਡਬਲ ਬੌਂਡ। Simple alkenes can be defined as cis or trans depending upon whether substituents at different ends of the alkene are on same side या opposite side. Opposite side ਨੂੰ ਥੋੜਾ ਬੱਚਾ ਸਮਝ ਨਵੇਂ ਬੱਚੇ ਨੂੰ ਥੋੜਾ ਕਨਫਿਊਜ਼ ਲੱਗਦਾ ਹੈ ਕਿ ਕੀ ਕਰਾਂ ਮੈਂ ਇਹਨੂੰ ਕਿਵੇਂ ਸਮਝਾਂ। ਬੇਟੇ ਡਾਇਗਨਲ ਸਭ ਨੇ ਦੇਖਿਆ ਹੋਣਾ, ਡਾਇਗਨਲ ਸਭ ਨੂੰ ਪਤਾ ਹੋਣਾ, ਤੁਸੀਂ ਪੜ੍ਹਿਆ ਹੋਊਗਾ ਮੈਥ ਵਿੱਚ। ਜੇ ਤਾਂ ਸੇਮ ਸਬਸਟੀਚੂਐਂਟ ਡਾਇਗਨਲੀ ਆਪੋਜ਼ਿਟ ਸਾਈਡ 'ਤੇ ਲੱਗੇ ਹੋਣ ਤਾਂ ਉਹਨੂੰ ਆਪਾਂ ਬੋਲਦੇ ਹਾਂ ਟਰਾਂਸ। ਠੀਕ ਹੈ, ਜਿਵੇਂ ਹੁਣ ਪਹਿਲਾਂ ਇਹ ਸਮਝੋ ਵੀ ਸੇਮ ਸਾਈਡ ਕੀ ਹੈ। ਮੈਂ ਇੱਕ ਕੰਪਾਊਂਡ ਲਿਆ, ਇਹਦੇ ਮੈਂ ਸੈਂਟਰ 'ਚ ਇੱਕ ਡੋਟਡ ਜੀ ਲਾਈਨ ਸ਼ੋ ਕੀਤੀ ਹੋਈ ਹੈ, ਤਾਂ ਇਹ ਇੱਕ ਇਮੈਜਨਰੀ ਲਾਈਨ ਹੈ। ਤੁਸੀਂ ਇਹ ਮੰਨੋ ਵੀ ਇਹ ਡਬਲ ਬੌਂਡਡ ਕਾਰਬਨ ਐਟਮਸ ਦੇ ਨਿਊਕਲੀਆਈ 'ਚੋਂ ਪਾਸ ਕਰ ਰਹੀ ਹੈ। ਜੇ ਤਾਂ ਇੱਕੋ ਵਰਗੇ ਗਰੁੱਪ ਇਸ ਲਾਈਨ ਤੋਂ ਉੱਪਰ ਤੇ ਨੀਚੇ ਹੋਣ, ਜਿਵੇਂ ਕਿ ਇਹਦੇ ਵਿੱਚ ਹੈ ਵੀ 2 ਮਿਥਾਈਲ ਗਰੁੱਪ ਉੱਪਰ ਲੱਗੇ ਹੈ ਔਰ 2 ਹਾਈਡਰੋਜਨ ਨੀਚੇ ਲੱਗੇ ਹੈ, ਤਾਂ ਇਹਨੂੰ ਆਪਾਂ ਬੋਲਾਂਗੇ ਸਿਸ। ਕਲੀਅਰ? ਜੇ ਐਸ ਇਮੈਜਨਰੀ ਲਾਈਨ ਦੇ ਉੱਪਰ ਤੇ ਨੀਚੇ ਜਿਹੜੇ ਸਬਸਟੀਚੂਐਂਟਸ ਲੱਗੇ ਹੈ ਉਹ ਸੇਮ ਹੋਣ, ਜਿਵੇਂ ਨੀਚੇ ਦੋਨੋਂ ਹੀ ਐਚ ਹੈ ਉੱਪਰ ਦੋਨੋਂ ਹੀ ਮਿਥਾਈਲ ਹੈ, ਤਾਂ ਉਹਨੂੰ ਆਪਾਂ ਨਾਮ ਦਿੰਦੇ ਹਾਂ ਸਿਸ ਦਾ। ਜਿਵੇਂ ਹੋਰ ਇਹਨੂੰ ਥੋੜਾ ਈਜ਼ੀ ਕਰਨ ਦੇ ਵਾਸਤੇ ਕਿ ਸਬਸਟੀਚੂਐਂਟਸ ਪਹਿਲਾਂ ਸਮਝ ਲਓ ਕਿ ਹੈ ਕੀ। ਸਬਸਟੀਚੂਐਂਟਸ ਮਤਲਬ ਹੁੰਦੇ ਕੀ ਹੈ ਵੀ ਜਦੋਂ ਆਪਾਂ ਅਲਕੇਨ ਦੇ ਵਿੱਚੋਂ ਇੱਕ ਹਾਈਡਰੋਜਨ ਹਟਾ ਕੇ ਕੁਝ ਹੋਰ ਐਡ ਕਰਦੇ ਹਾਂ ਉਹਨੂੰ ਆਪਾਂ ਨਾਮ ਦਿੰਦੇ ਹਾਂ ਸਬਸਟੀਚੂਐਂਟਸ ਦਾ। These are the groups or atoms that have replaced the atoms of original compound. So ethyl group ਜਿਹੜਾ ਹੁਣ ਅਗਲੀ ਐਗਜ਼ਾਮਪਲ 'ਚ ਆਪਾਂ ਕਰਾਂਗੇ ਉਹਨੂੰ ਆਪਾਂ ਸਬਸਟੀਚੂਐਂਟ ਮੰਨਾਂਗੇ। ਦੇਖੋ ਕਿਵੇਂ, ਜਿਵੇਂ ਹੁਣ ਆ ਹੈ, ਹੁਣ ਇਹਦੇ 'ਚ ਸਿਸ ਟਰਾਂਸ ਦੇ ਵਿੱਚ ਆਪਾਂ ਕਰਨਾ ਹੈ ਤਾਂ ਇਹਨੂੰ ਪਹਿਲਾਂ ਡਰਾ ਕਰਨਾ ਤੁਹਾਨੂੰ ਆਉਣਾ ਚਾਹੀਦਾ ਹੈ ਕਿ ਇਥਾਈਲ ਸਬਸਟੀਚੂਐਂਟ ਨੂੰ ਮੈਂ ਉੱਪਰ ਦੇਖੋ ਆ ਐਜ਼ਿਊਮ ਕੀਤਾ ਨਾ, ਤਾਂ ਇਹਨੂੰ ਇੱਕ ਸਬਸਟੀਚੂਐਂਟ ਮੰਨਣਾ ਹੈ। CH2 CH3 ਨੂੰ ਇੱਕ ਯੂਨਿਟ ਹੈ ਇਹ, ਜਿਵੇਂ ਇਹਨੂੰ ਆਪਾਂ ਲਿਖ ਸਕਦੇ ਹਾਂ C2H5 ਜਾਂ CH2 CH3। ਜੇ ਸਿਸ ਟਰਾਂਸ ਆਈਸੋਮਰਿਜ਼ਮ ਵਾਸਤੇ ਜੇ ਕਈ ਇਹ ਵੀ ਐਸੈਂਸ਼ੀਅਲ ਕੰਡੀਸ਼ਨਸ ਕੀ ਚਾਹੀਦੀਆਂ, ਤਾਂ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਕਿ ਡਬਲ ਬੌਂਡ ਹੋਣਾ ਜ਼ਰੂਰੀ ਹੈ। ਤਾਂ ਜਿਹੜੇ 2 ਐਟਮਸ ਜਾਂ ਗਰੁੱਪਸ ਲੱਗੇ ਹੈ ਡਬਲੀ ਬੌਂਡਡ ਕਾਰਬਨ ਐਟਮ ਨੂੰ, ਉਹ ਪੱਕਾ ਹੀ ਡਿਫਰੈਂਟ ਹੋਣੇ ਚਾਹੀਦੇ ਹੈ। ਜੇ ਉਹ ਸੇਮ ਹੋਣਗੇ ਤਾਂ ਰੋਟੇਸ਼ਨ ਤੋਂ ਬਾਅਦ ਆਪਾਂ ਨੂੰ ਪਤਾ ਹੀ ਨਹੀਂ ਲੱਗੂਗਾ ਕਿ ਕੀ ਚੇਂਜ ਉਹਦੇ ਵਿੱਚ ਆਈ ਹੈ। ਜੇ ਆਪਾਂ ਕਨਫਿਗਰ ਕਰਨਾ ਚਾਹੁੰਦੇ ਹਾਂ ਕਿ ਸਿਸ ਟਰਾਂਸ ਆਈਸੋਮਰਿਜ਼ਮ ਕੀ ਹੈ, ਤਾਂ ਡਬਲ ਬੌਂਡ ਨੂੰ ਹਮੇਸ਼ਾ ਸੈਂਟਰ ਵਿੱਚ ਲਿਖਣਾ ਹੈ ਤੇ ਜਿਹੜੇ 4 ਐਟਮਸ ਹੈ ਜਾਂ ਗਰੁੱਪਸ ਹੈ ਉਹਨਾਂ ਨੂੰ ਡਾਇਗਨਲਸ 'ਤੇ ਲਿਖਣਾ ਹੈ। ਸਟ੍ਰੇਟ ਚੇਨ ਦੇ ਵਿੱਚ ਕਦੇ ਵੀ ਇਹ ਸਿਸ ਟਰਾਂਸ ਆਈਸੋਮਰ ਨੂੰ ਨਹੀਂ ਲਿਖਣਾ, ਬਿਕੋਜ਼ ਇਸ ਤਰੀਕੇ ਨਾਲ ਤੁਸੀਂ ਇਹ ਆਈਡੈਂਟੀਫਾਈ ਨਹੀਂ ਕਰ ਪਾਓਗੇ। ਜਿਵੇਂ ਹੁਣ ਮੈਂ ਐਗਜ਼ਾਮਪਲ ਦਿੱਤੀ ਹੈ ਸਿਸ 2 ਬਿਊਟੀਨ ਦੀ, ਤਾਂ ਤੁਸੀਂ ਇਮੈਜਨਰੀ ਲਾਈਨ ਆਪਣੇ ਮਨ 'ਚ ਬਣਾ ਲਓ। ਹੁਣ ਧਿਆਨ ਦਿਓ, ਉੱਪਰ ਦੋਨੋਂ ਮਿਥਾइल ग्रुप है और नीचे दोनों हाइड्रोजन लगे है, तो बेटा एक किहदी एग्जाम्पल होगी, ये सिस दी एग्जाम्पल होगी। तो जे ट्रांस दी आ जाए तो क्लीयर तुहानूं मैं क्या है भी ट्रांस मतलब जदों डायगनल ते सेम होण। डायगनल हुण तुसीं ये देख सकते हो
कि इमेजिनरी लाइन दे अराउंड दोनों डिफरेंट है बट डायगनल ते दोनों सेम है, तो इनू आपां नाम देवांगे ट्रांसब्यूटीन दा। हुण ये टेस्ट करना है कि आपां नू ये टॉपिक किन्ना कु समझ आया। तो ये टॉपिक समझ किवें आया कि क्वेश्चन है दो तुहाडे वास्ते। पहला, द नंबर ऑफ आइसोमर्स ऑफ C6H14 इज़, जिवें मैं फस्ट तुसीं रिकॉल करो आपां उहदे च कीता सी कि पेंटेन ते ब्यूटेन दे मैं तुहानूं दसदे सी। हुण मैं तुहानूं पुछ रही हाँ कि हेक्सेन दे किन्ने है। ठीक है, तो हेक्सेन दे देखो मैं नीचे ड्रॉ कीते है। पहली चेन दे विच किन्ने लाते राजे, 6 कार्बन इक्को चेन च लाते। उस तो बाद की कीता गया, चेंज की कीती आपां कि सब तो पहला अगले जिहड़े मोनो सबसटीट्यूटेड दिते है, हुण चेन चो एक कार्बन कढ लो, 5-5 छड्ड दो, 5-5 वाले बना लिए आपां चेन। तो एक विच मिथाइल ग्रुप सैकेंड पोजीशन ते ला दो, एक विच थर्ड ते ला दो, सो 3 हो गए। उस तो बाद हले भी चेन घट सकती है क्योंकि 4 तो 3 ते भी आ सकते हैं, सॉरी 5 तो 4 ते भी आ सकते हैं। हुण जदों आपां अगे 5 तो 4 कार्बन वाली चेन ते आए तो सबसटीचुएंट किन्ने वध गए, 2, क्योंकि कार्बन किन्ने सी 6। तो 2 सबसटीचुएंट देखो मैं इक्को पोजीशन ते लाते, उन्हां नूं नाम दिता गया 2,2 डाईमिथाइल ब्यूटेन, और एक जिहड़ा सी उहदा नाम रखा गया 2,3 डाईमिथाइल ब्यूटेन। सो जे आंसर आवे तो की है 4 है, 5 है, 6 है कि 7 है। द करेक्ट ऑप्शन इज ऑप्शन नंबर बी। सो इहदे आपां किन्ने आइसोमर्स बना सकते हैं, दैट इज 5। नैक्सट क्वेश्चन इज कि इथेनॉल दा आइसोमर दसो। मैं हुणे पिछे एग्जाम्पल दिती सी, तुहानूं मैं याद होगा कि मैं क्या सी अल्कोहल ते ईथर्स जिहड़े है वो आइसोमरिज्म शो करते हैं, केड़ी फंक्शनल। ठीक है, तो नीचे देखो इथेनॉल दा फॉर्मूला हुंदा है C2H5OH। मैं सारिਆਂ नाल इहदा कंपैरिजन कीता होया, देखो मिथेनॉल जिहड़े पहली ऑप्शन है दैट इज CH3OH, तो इहदा मॉलिक्यूलर फॉर्मूला है CH4O। सो इथेनॉल ते मिथेनॉल कंपेयर करो, नहीं है। अगे देखो डाई इथाइल ईथर दा मॉलिक्यूलर फॉर्मूला ते डाई मिथाइल ईथर दा। ठीक है, तो जिहड़ा ऑप्शन सही बनता पिया मॉलिक्यूलर फॉर्मूला C2H6O किंदा इन्हां विचों, दैट इज डाई मिथाइल ईथर। तो ਇਹਦਾ मतलब द करेक्ट ऑप्शन इज ऑप्शन नंबर डी। सो आंसर इज डी। आई होप कि तुहानूं बेटे सब नूं ये समझ आ गया होगा। सो थैंक्स एंड हैव अ नाइस डे।